नई उड़ान बाय संदीप शर्मा चैनल में थोड़ा बहुत बहुत स्वागत है। ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਵਰਲਡ ਵਾਰ 1। ਵਰਲਡ ਵਾਰ 1 ਨੂੰ ਗਲੋਬਲ ਵਾਰ ਵੀ ਕਿਹਾ ਜਾਂਦਾ ਹੈ ਤੇ ਗ੍ਰੇਟ ਵਾਰ ਵੀ ਕਿਹਾ ਜਾਂਦਾ ਹੈ। ਵਰਲਡ ਵਾਰ 1 ਨੂੰ ਗਲੋਬਲ ਵਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸਾਡੇ ਵਰਲਡ ਦੇ ਲਗਭਗ ਸਾਰੇ ਦੇਸ਼ ਹੀ ਇਸ ਵਿੱਚ ਸ਼ਾਮਲ ਹੋ ਗਏ ਸੀ। ਤੇ ਗ੍ਰੇਟ ਵਾਰ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਐਡੀ ਵੱਡੀ ਜੋ ਜੰਗ ਸੀ ਕਦੇ ਵੀ ਕਿਸੇ ਨੇ ਨਹੀਂ ਸੋਚਿਆ ਸੀ ਵੀ ਇਹ 4 ਸਾਲ ਤੱਕ ਚੱਲੇਗੀ। ਇਸ ਵਿੱਚ 2 ਲੱਖ ਤੋਂ ਵੱਧ ਜੋ ਸੈਨਿਕ ਨੇ ਮਾਰੇ ਜਾਣਗੇ ਤੇ ਕਈ ਸਾਡੇ ਜੋ ਆਮ ਨਾਗਰਿਕ ਨੇ ਉਹ ਵੀ ਮਾਰੇ ਜਾਣਗੇ। ਇਸੇ ਕਰਕੇ ਇਸ ਨੂੰ ਗ੍ਰੇਟ ਵਾਰ ਵੀ ਕਿਹਾ ਜਾਂਦਾ ਹੈ ਤੇ ਗਲੋਬਲ ਵਾਰ ਵੀ ਕਿਹਾ ਜਾਂਦਾ ਹੈ। ਸੋ ਅੱਜ ਅਸੀਂ ਗੱਲ ਕਰਦੇ ਹਾਂ ਵਰਲਡ ਵਾਰ 1 ਬਾਰੇ। ਜਿੰਨਾ ਵੀ ਪੜ੍ਹਾਵਾਂਗਾ ਸਾਰਾ ਹੀ ਐਗਜ਼ਾਮ ਰੈਲੀਵੈਂਟ ਹੋਵੇਗਾ। ਜੇਕਰ ਤੁਸੀਂ ਇਹ ਵੀਡੀਓ ਸਮਝਦੇ ਹੋ ਤਾਂ ਤੁਹਾਨੂੰ ਵਰਲਡ ਵਾਰ 2 ਵੀ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇਗੀ। ਸੋ ਅਸੀਂ ਗੱਲ ਕਰਦੇ ਹਾਂ ਵਰਲਡ ਵਾਰ 1 ਦੀ। ਵਰਲਡ ਵਾਰ 1 ਜੋ ਸ਼ੁਰੂ ਹੋਈ, ਇਹ ਤੁਸੀਂ ਜੋ ਡੇਟ ਹੈ ਇਹ ਪਲੀਜ਼ ਲਿਖ ਲਵੋ, ਤੁਹਾਡੇ ਐਗਜ਼ਾਮ ਵਿੱਚ ਕੰਮ ਆਵੇਗੀ। ਇਹ ਕਦੋਂ ਸ਼ੁਰੂ ਹੋਈ ਸੀ? 28 ਜੁਲਾਈ 1914 ਤੋਂ ਲੈ ਕੇ 11 ਨਵੰਬਰ 1918 ਤੱਕ। 28 ਜੁਲਾਈ 1914 ਤੋਂ ਲੈ ਕੇ 11 ਨਵੰਬਰ 1918 ਤੱਕ ਜੋ ਇਹ ਵਰਲਡ ਵਾਰ ਹੋਈ, ਇਸ ਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਸੀਗੇ। ਜੇ ਤੁਸੀਂ ਕਾਰਨ ਨੂੰ ਜਾਣਦੇ ਹੋ ਤਾਂ ਤੁਸੀਂ ਸਾਰੀਆਂ ਹੀ ਘਟਨਾਵਾਂ ਨੂੰ ਆਸਾਨੀ ਨਾਲ ਸਮਝ ਸਕਦੇ ਹੋ। ਸੋ ਕੁਝ ਕਾਰਨ ਨੇ ਉਹ ਤੁਹਾਨੂੰ ਮੈਂ ਦੱਸਦਾ ਹਾਂ, ਕੁਝ ਟ੍ਰਿਕ ਵੀ ਹੈ ਜੋ ਬੜੀ ਆਸਾਨੀ ਨਾਲ ਤੁਹਾਡੇ ਸਮਝ ਆ ਜਾਵੇਗਾ। ਠੀਕ ਹੈ ਜੀ। ਸੋ ਇਸ ਦੇ ਕਾਰਨ ਸਨ ਮੇਨ ਕਾਰਨ ਕੀ ਸਨ, ਇਸ ਦੇ ਵਿੱਚ ਹੀ ਤੁਹਾਨੂੰ ਮੈਂ ਕਾਰਨ ਦੱਸ ਦੇਣੇ ਆ ਵੀ ਸਾਰੇ ਜੋ ਕਾਰਨ ਸੀਗੇ ਉਹ ਵਰਲਡ ਵਾਰ 1 ਦੇ ਕਿਹੜੇ ਕਿਹੜੇ ਸੀਗੇ। ਜੋ ਮੇਨ ਸ਼ਬਦ ਲਿਖਿਆ ਮੈਂ ਇਸੇ ਕਰਕੇ ਲਿਖਿਆ ਕਿਉਂਕਿ ਇਹਦੇ ਕਾਰਨ ਮੇਨ ਸ਼ਬਦ ਦੇ ਵਿੱਚ ਹੀ ਹਨ। ਜਿਵੇਂ ਐਮ ਤੇ ਮਿਲਟਰੀ, ਸਾਰਾ ਵਰਲਡ, ਪੂਰਾ ਵਰਲਡ ਆਪਣੇ ਆਪ ਨੂੰ ਸੈਨਿਕਵਾਦ ਦੇ ਵਿੱਚ ਝੋਕ ਰਿਹਾ ਸੀ, ਆਪਣੇ ਆਪ ਨੂੰ ਮਜ਼ਬੂਤ ਕਰ ਰਿਹਾ ਸੀ। ਇੱਥੋਂ ਤੱਕ ਜਰਮਨੀ, ਬ੍ਰਿਟੇਨ ਤੇ ਜਾਪਾਨ ਵਰਗੇ ਛੋਟੇ ਦੇਸ਼ ਵੀ ਰੂਸ ਨੂੰ ਹਰਾ ਚੁੱਕੇ ਸਨ ਤੇ ਸਾਰਾ ਦੇਸ਼ ਸਾਰਾ ਵਰਲਡ ਪੂਰੇ ਹਥਿਆਰਾਂ ਦੀ ਦੌੜ ਵਿੱਚ ਲੱਗਿਆ ਹੋਇਆ ਸੀ ਤਾਂ ਜੋ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕਣ। ਸੋ ਇਹ ਸੈਨਿਕਵਾਦ ਨੇ, ਮਿਲਟਰੀਜ਼ਮ ਨੇ ਪੂਰੇ ਵਰਲਡ ਵਾਰ ਸ਼ੁਰੂ ਕਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੀਗਾ। ਸੋ ਜੋ ਦੇਸ਼ ਸੀਗੇ ਆਪਣੇ ਹਥਿਆਰ ਬਣਾਉਣ ਲੱਗ ਗਏ, ਸਪਲਾਈ ਕਰਨ ਲੱਗ ਗਏ ਇੱਕ ਦੂਜੇ ਦੇਸ਼ ਨੂੰ, ਤਾਂ ਜੋ ਅਸੀਂ ਜੋ ਦੇਸ਼ ਇਹ ਸੋਚ ਰਹੇ ਸਨ ਤਾਂ ਜੋ ਅਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਸਕੀਏ। ਸੋ ਇਹ ਇੱਕ ਵੱਡਾ ਕਾਰਨ ਸੀਗਾ ਵਰਲਡ ਵਾਰ 1 ਸਟਾਰਟ ਹੋਣ ਦਾ। ਦੂਸਰਾ ਕਾਰਨ ਹੈ ਇੱਥੇ ਲਿਖਿਆ ਜੀ ਏ, ਐਮ ਤੇ ਮਿਲਟਰੀ ਹੋ ਗਿਆ, ਏ ਤੇ ਹੋ ਗਿਆ ਅਲਾਇੰਸ ਸਿਸਟਮ। ਠੀਕ ਹੈ ਜੀ। ਅਲਾਇੰਸ ਸਿਸਟਮ ਕੀ ਸੀਗਾ? ਯਾਨੀ ਕਿ ਸਮਝੌਤਾ ਪ੍ਰਣਾਲੀ। ਹੋਇਆ ਕੀ, ਸਭ ਤੋਂ ਪਹਿਲਾਂ ਜੋ ਸਮਝੌਤਾ ਕੀਤਾ ਵਰਲਡ ਦੇ ਵਿੱਚ ਉਹ ਕਿਸਨੇ ਕੀਤਾ ਸੀਗਾ? ਉਹ ਜਰਮਨੀ ਦੇ ਚਾਂਸਲਰ ਸੀਗਾ ਬਿਸਮਾਰਕ, ਉਸਨੇ ਕੀਤਾ। ਉਹ ਇੰਨਾ ਇਟਲੀ ਦਾ ਉਸਨੂੰ ਪਿਤਾਮਾ ਕਿਹਾ ਜਾਂਦਾ ਹੈ। ਇਟਲੀ ਦਾ ਏਕੀਕਰਨ ਕਰਨ ਵਿੱਚ ਬਿਸਮਾਰਕ ਦਾ ਬਹੁਤ ਵੱਡਾ ਹੱਥ ਹੈ। ਸੋ ਬਿਸਮਾਰਕ ਨੇ ਕੀ ਕੀਤਾ? ਗੁਪਤ ਸੰਧੀ ਪ੍ਰਣਾਲੀ ਦਾ ਪਿਤਾਮਾ ਵੀ ਇਸਨੂੰ ਕਿਹਾ ਜਾਂਦਾ ਹੈ। ਬਿਸਮਾਰਕ ਨੇ ਫਰਾਂਸ ਨੂੰ ਹਰਾਉਣ ਤੋਂ ਬਾਅਦ ਉਸ ਤੋਂ ਅਲਸੇਸ ਤੇ ਲੋਰੋਨ ਦੇ ਪ੍ਰਦੇਸ਼ ਖੋਲ੍ਹੇ ਸੀ ਤੇ ਉਸ ਤੋਂ ਬਾਅਦ ਉਸਨੇ ਕੀ ਕੀਤਾ ਵੀ ਪੂਰੇ ਵਰਲਡ ਨੂੰ ਇਹ ਦੱਸਿਆ ਵੀ ਤੁਸੀਂ ਕੀ ਹੋ, ਇਕੱਲੇ ਨਹੀਂ ਲੜ ਸਕਦੇ। ਤਾਂ ਇਸ ਲਈ ਜਰਮਨੀ ਨੇ ਹੌਲੀ ਹੌਲੀ ਆਪਣੇ ਗੁੱਟ ਬਣਾਉਣੇ ਸ਼ੁਰੂ ਕਰ ਦਿੱਤੇ। ਠੀਕ ਹੈ। ਜਦੋਂ ਗੁੱਟ ਬਣ ਜਾਂਦੇ ਹੈ ਤਾਂ ਕੀ ਹੁੰਦਾ ਹੈਗਾ, ਤਾਂ ਤੁਸੀਂ ਮਜ਼ਬੂਤ ਹੋ ਜਾਂਦੇ ਹੋ। ਇਕੱਲਾ ਦੇਸ਼ ਕਿਸੇ ਉੱਤੇ ਹਮਲਾ ਕਰਨ ਦੀ ਗੱਲ ਸੋਚ ਵੀ ਨਹੀਂ ਸਕਦਾ। ਸੋ ਜੋ ਇਹ ਕਾਢ ਕੱਢੀ ਸੀ ਗੁਪਤ ਸਮਝੌਤਾ ਪ੍ਰਣਾਲੀ ਦੀ, ਇਹ ਬਿਸਮਾਰਕ ਨੇ ਕੱਢੀ ਸੀ ਤੇ ਇਹਨਾਂ ਸਮਝੌਤਿਆਂ ਦੇ ਕਾਰਨ ਹੀ ਵਰਲਡ ਵਾਰ 1 ਸ਼ੁਰੂ ਹੋਈ ਸੀ। ਠੀਕ ਹੈ ਨਾ ਜੀ। ਵਰਲਡ ਵਾਰ 1 ਸ਼ੁਰੂ ਹੋਈ ਸੀ। ਜਰਮਨੀ ਨੇ ਆਸਟਰੀਆ ਹੰਗਰੀ ਨਾਲ ਸਮਝੌਤਾ ਕੀਤਾ ਸੀਗਾ ਸਭ ਤੋਂ ਪਹਿਲਾਂ, ਫਿਰ ਉਸਨੇ ਤੁਰਕੀ ਨਾਲ ਵੀ ਸਮਝੌਤਾ ਕੀਤਾ ਸੀਗਾ। ਇਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗਾ ਵੀ ਕੀ ਹੋਰ ਰੀਜ਼ਨ ਸੀਗੇ। ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ? ਆਈ ਦਾ ਮਤਲਬ ਕੀ ਹੈ ਜੀ? ਸਾਮਰਾਜਵਾਦ, ਯਾਨੀ ਕਿ ਇੰਪੀਰੀਅਲਿਜ਼ਮ। ਸਾਮਰਾਜਵਾਦ ਤੁਸੀਂ ਸਾਰੇ ਜਾਣਦੇ ਹੋ। ਜਿਵੇਂ ਕਿ ਬ੍ਰਿਟੇਨ ਦਾ ਪੂਰੇ ਵਰਲਡ ਦੇ ਜੋ ਧਰਤੀ ਹੈ ਉਸ 'ਤੇ 25% ਧਰਤੀ ਉੱਤੇ ਉਸਦਾ ਰਾਜ ਰਿਹਾ ਹੈ। ਠੀਕ ਹੈ ਜੀ। ਜੋ ਬ੍ਰਿਟੇਨ ਸੀਗਾ ਪਹਿਲੇ ਦਿਨ ਤੋਂ ਹੀ ਮਜ਼ਬੂਤ ਰਿਹਾ ਹੈ ਆਪਣੀ ਸਮੁੰਦਰੀ ਸੈਨਾ ਕਰਕੇ। ਤੇ ਇਹ ਜੋ ਬ੍ਰਿਟੇਨ ਸੀਗਾ, ਬ੍ਰਿਟੇਨ ਨੇ ਇੱਥੋਂ ਤੱਕ ਜਿਵੇਂ ਕਿ ਸਾਡੇ ਭਾਰਤ ਤੇ ਏਸ਼ੀਆ ਦੇ ਕਈ ਦੇਸ਼ ਗੁਲਾਮ ਬਣਾ ਕੇ ਰੱਖੇ ਹੋਏ ਸਨ ਤੇ ਉਹ ਚਾਹੁੰਦਾ ਸੀਗਾ ਵੀ ਸਾਰੇ ਵਰਲਡ ਉੱਤੇ ਅਸੀਂ ਸਾਰੇ ਲੋਕਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖੀਏ। ਤੇ ਇੱਕ ਪਾਸੇ ਜੋ ਬ੍ਰਿਟੇਨ ਸੀਗਾ ਉਹ ਮਜ਼ਬੂਤ ਹੋਣਾ ਚਾਹ ਰਿਹਾ ਸੀਗਾ, ਦੂਸਰੇ ਪਾਸੇ ਜਰਮਨੀ ਦੇ ਅੰਦਰ ਹੀ ਅੰਦਰ ਇਹ ਗੱਲ ਚੱਲ ਰਹੀ ਸੀ ਵੀ ਬ੍ਰਿਟੇਨ ਕਿਵੇਂ ਹਿੰਮਤ ਨਾਲ ਵੱਧ ਰਿਹਾ ਹੈ। ਤੇ ਜਰਮਨੀ ਨੇ ਵੀ ਕੀ ਕੀਤਾ? ਜਰਮਨੀ ਨੇ ਹੌਲੀ ਹੌਲੀ ਜਾਨੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ਸਨ। ਬਸਤੀਆਂ ਮਤਲਬ ਜਿਵੇਂ ਕਿ ਭਾਰਤ ਵੀ ਇੱਕ ਇੰਗਲੈਂਡ ਦੀ ਇੱਕ ਬਸਤੀ ਹੀ ਸੀ ਜਾਂ ਉਪਨਿਵੇਸ਼ ਹੀ ਸੀ। ਤੇ ਇਸੇ ਤਰ੍ਹਾਂ ਜਰਮਨੀ ਅਤੇ ਜੋ ਇੰਗਲੈਂਡ ਸੀਗੇ
ਦੋਨੇ ਤਾਕਤਵਰ ਹੋ ਰਹੇ ਸਨ ਤੇ ਜਰਮਨੀ ਤੇ ਇੰਗਲੈਂਡ, ਠੀਕ ਹੈ, ਇਹਨਾਂ ਦੀ ਦੁਸ਼ਮਣੀ ਹਮੇਸ਼ਾ ਹੀ ਵੱਧਦੀ ਹੀ ਜਾ ਰਹੀ ਸੀ। ਕਿਉਂ? ਕਾਰਨ ਇਹ ਸੀ ਕਿਉਂਕਿ ਦੋਨੇ ਹੀ ਬਸਤੀਵਾਦ ਦੀ ਦੌੜ ਵਿੱਚ ਲੱਗੇ ਹੋਏ ਸੀ। ਦੇਖੋ ਇਹ ਗੱਲ ਹੁੰਦੀ ਹੈ, ਜਿਹਦੇ ਕੋਲ ਜ਼ਿਆਦਾ ਧਨ ਜਾਂ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਹੈ ਉਹ ਤਾਕਤਵਰ ਹੁੰਦਾ ਹੈਗਾ। ਸੋ ਜਰਮਨੀ ਨੂੰ ਪਤਾ ਸੀ ਜੇ ਜਿੰਨਾ ਸਾਡੇ ਕੋਲ ਖੇਤਰ ਹੋਵੇਗਾ ਅਸੀਂ ਉਨੇ ਹੀ ਤਾਕਤਵਰ ਹੋਵਾਂਗੇ, ਉਨੇ ਹੀ ਅਸੀਂ ਬ੍ਰਿਟੇਨ ਨੂੰ ਅਸੀਂ ਕਦੇ ਵੀ ਹਰਾ ਸਕਦੇ ਹਾਂ। ਤੇ ਬ੍ਰਿਟੇਨ ਨੂੰ ਇਹ ਪਤਾ ਸੀਗਾ ਵੀ ਜੇਕਰ ਮੈਂ ਆਪਦੇ ਜੋ ਉਪਨਿਵੇਸ਼ ਆ ਉਹਨਾਂ ਦੀ ਰੱਖਿਆ ਨਾ ਕੀਤੀ ਤਾਂ ਮੈਨੂੰ ਜਰਮਨੀ ਇੱਕ ਦਿਨ ਖਤਮ ਕਰ ਦੇਵੇਗਾ। ਸੋ ਇਹ ਵੀ ਬਹੁਤ ਵੱਡੇ ਕਾਰਨ ਸੀਗੇ। ਗੁੱਟਬੰਦੀ ਜੋ ਹੋ ਚੁੱਕੀ ਸੀ ਪੂਰੇ ਵਰਲਡ ਦੇ ਵਿੱਚ, ਪੂਰਾ ਯੂਰਪ ਦੋ ਹਿੱਸਿਆਂ ਵਿੱਚ ਵੰਡ ਚੁੱਕਿਆ ਸੀਗਾ ਸਾਮਰਾਜਵਾਦ ਕਰਕੇ, ਠੀਕ ਹੈ ਜੀ। ਇਹ ਬਹੁਤ ਵੱਡਾ ਕਾਰਨ ਹੈ ਵਰਲਡ ਵਾਰ 1 ਸਟਾਰਟ ਹੋਣ ਦਾ। ਅਗਲਾ ਹੈ ਜੀ ਐਨ, ਠੀਕ ਹੈ। ਐਨ ਮਤਲਬ ਕੀ ਹੈ ਜੀ? ਐਨ ਮਤਲਬ ਹੈ ਨੈਸ਼ਨਲਿਜ਼ਮ, ਰਾਸ਼ਟਰਵਾਦ। ਦੇਖੋ ਹਰ ਇੱਕ ਦੇਸ਼ ਇਹ ਚਾਹੁੰਦਾ ਹੈ ਵੀ ਹਰ ਇੱਕ ਦੇਸ਼ ਦੇ ਵਿੱਚ ਜੋ ਜਾਤੀ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਸਭ ਤੋਂ ਉੱਤੇ ਹਾਂ। ਜਿਵੇਂ ਯੂਰਪ ਨੇ ਇਹ ਕਹਿੰਦੇ ਸੀ ਵੀ ਸਾਡੇ ਰਾਜ ਦੇ ਵਿੱਚ ਸੂਰਜ ਅਸਤ ਨਹੀਂ ਹੁੰਦਾ। ਜਰਮਨੀ ਦੇ ਲੋਕ ਵੀ ਆਪਣੇ ਆਪ ਨੂੰ ਆਰੀਆ ਦੇ ਸੰਤਾਨ ਮੰਨਦੇ ਨੇ। ਸੋ ਇਸ ਤਰ੍ਹਾਂ ਜੋ ਜਾਤੀਵਾਦ ਸੀਗਾ ਲੋਕਾਂ ਦੇ ਵਿੱਚ ਉਹ ਰਾਸ਼ਟਰਵਾਦ ਬਣ ਚੁੱਕਿਆ ਸੀਗਾ ਅਤੇ ਆਪਣੇ ਰਾਸ਼ਟਰ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦੀ ਜੋ ਹੋੜ ਚੱਲ ਗਈ ਸੀ ਸਾਰੇ ਵਰਲਡ ਦੇ ਵਿੱਚ, ਸਾਰੇ ਯੂਰਪ ਦੇ ਵਿੱਚ, ਇਸ ਨੇ ਵੀ ਵਰਲਡ ਵਾਰ 1 ਸਟਾਰਟ ਹੋਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਇਸੇ ਤਰ੍ਹਾਂ ਸਾਰਾ ਵਰਲਡ ਹੀ, ਖਾਸ ਕਰਕੇ ਯੂਰਪ ਦੇ ਜੋ ਪ੍ਰਦੇਸ਼ ਸੀ ਨਾ, ਉਹ ਸਾਰੇ ਹੀ ਆਪਣੇ ਆਪਣੇ ਗੁੱਟ ਬਣਾ ਲਏ ਸੀ ਉਹਨਾਂ ਨੇ। ਤੇ ਜੋ ਗੁੱਟ ਹੁੰਦੇ ਆ, ਗੁੱਟ ਇਸ ਕਰਕੇ ਬਣਾਏ ਸੀ, ਚਾਹੇ ਤੁਸੀਂ ਧੁਰੀ ਰਾਸ਼ਟਰਾਂ ਦੀ ਗੱਲ ਕਰੋਗੇ, ਚਾਹੇ ਤੁਸੀਂ ਮਿੱਤਰ ਰਾਸ਼ਟਰਾਂ ਦੀ ਗੱਲ ਕਰੋਗੇ, ਇਹ ਗੁੱਟ ਬਣਾਉਣ ਦਾ ਕਾਰਨ, ਇਹ ਦੋ ਗੁੱਟ ਬਣਾਉਣ ਦਾ ਕਾਰਨ ਹੀ ਇਹ ਸੀ ਵੀ ਜੇਕਰ ਕੋਈ ਇਹਨਾਂ ਗੁੱਟਾਂ ਵਿੱਚੋਂ ਕਿਸੇ ਤੇ ਕੋਈ ਹਮਲਾ ਹੁੰਦਾ ਹੈ ਤਾਂ ਜੋ ਦੂਸਰੇ ਉਹਦੇ ਸਾਥੀ ਨੇ ਉਸ ਦਾ ਸਾਥ ਦੇਣਗੇ, ਜਾਣੀ ਕਿ ਉਸ ਦੀ ਰੱਖਿਆ ਕਰਨਗੇ। ਇਸੇ ਤਰ੍ਹਾਂ ਮਿੱਤਰ ਰਾਸ਼ਟਰਾਂ ਵਿੱਚ ਸੀਗਾ ਵੀ ਜੇਕਰ ਫਰਾਂਸ ਤੇ ਕੋਈ ਹਮਲਾ ਹੁੰਦਾ ਹੈ ਤੇ ਰੂਸ ਅਤੇ ਇੰਗਲੈਂਡ ਤੇ ਅਮਰੀਕਾ ਉਸ ਦਾ ਸਾਥ ਦੇਣਗੇ। ਇਹ ਸੀ ਸੋ ਗੈਂਗ, ਜਿਹਨੂੰ ਆਪਾਂ ਗੈਂਗ ਕਹਿ ਸਕਦੇ ਹਾਂ, ਜਿਵੇਂ ਕਿ ਕਾਲਜਾਂ ਵਿੱਚ ਹੁੰਦੀ ਆ ਗੁੱਟਬੰਦੀ, ਠੀਕ ਹੈ। ਸੋ ਇਹ ਜੋ ਗੁੱਟਬੰਦੀ ਸੀ, ਇਸ ਗੁੱਟਬੰਦੀ ਨੇ ਵੀ ਸਾਡੇ ਜੋ ਵਰਲਡ ਵਾਰ 1 ਸ਼ੁਰੂ ਕਰਨ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੀਗਾ। ਸੋ ਇਹ ਸੀਗੇ ਮੇਨ ਕਾਰਨ, ਇਹ ਮੇਨ ਕਾਰਨ ਸੀਗੇ ਵਰਲਡ ਵਾਰ ਸਟਾਰਟ ਹੋਣ ਦੇ। ਤੇ ਇਹਦਾ ਸ਼ਬਦ ਹੀ ਤੁਸੀਂ ਮੈਂ ਲਿਖ ਰੱਖਿਆ ਮੇਨ, ਠੀਕ ਹੈ। ਐਮ ਤੇ ਮਿਲਟਰੀ, ਏ ਤੇ ਅਲਾਇੰਸ ਸਿਸਟਮ, ਠੀਕ ਹੈ ਜੀ, ਆਈ ਤੇ ਇੰਪੀਰੀਅਲਿਜ਼ਮ, ਐਨ ਤੇ ਨੈਸ਼ਨਲਿਜ਼ਮ। ਤੇ ਬਿਸਮਾਰਕ ਨੇ ਕੀ ਕੀਤਾ? ਬਿਸਮਾਰਕ ਨੇ ਫਰਾਂਸ ਪ੍ਰਸ਼ਾ ਯੁੱਧ ਦੇ ਵਿੱਚ ਫਰਾਂਸ ਨੂੰ ਹਰਾ ਦਿੱਤਾ ਤੇ ਉਸ ਤੋਂ ਅਲਸੇਸ ਤੇ ਲੋਰਨ ਦੇ ਪ੍ਰਦੇਸ਼ ਖੋਲੇ ਸੀਗੇ। ਤੇ ਜਦੋਂ ਜਰਮਨੀ ਇਹ ਸੋਚਦਾ ਸੀਗਾ ਵੀ ਕਿਉਂ ਨਾ ਆਪਾਂ ਫਰਾਂਸ ਨੂੰ ਮਿੱਤਰਹੀਨ ਕਰ ਦਈਏ, ਵੀ ਫਰਾਂਸ ਦਾ ਕੋਈ ਦੋਸਤ ਨਾ ਰਹੇ, ਇਸਨੇ ਜਾਣ ਬੁੱਝ ਕੇ ਇੱਕ ਨੀਤੀ ਅਪਣਾਈ। ਕਿਰਪਾ ਕਰਕੇ ਪੇਪਰ ਵਿੱਚ ਇਹ ਪੁੱਛ ਸਕਦੇ ਆ ਵੀ ਇੰਟਰਨੈਸ਼ਨਲ ਚੈੱਕ ਐਂਡ ਬੈਲੈਂਸ, ਠੀਕ ਹੈ ਜੀ, ਇੰਟਰਨੈਸ਼ਨਲ ਚੈੱਕ ਐਂਡ ਬੈਲੈਂਸ ਦੀ ਨੀਤੀ ਅਪਣਾਈ ਵੀ ਸਾਰੇ ਰਾਸ਼ਟਰਾਂ ਨੂੰ ਬਰਾਬਰ ਰੱਖਿਆ ਜਾਵੇ। ਤੇ ਜਰਮਨੀ ਜਾਣ ਬੁੱਝ ਕੇ, ਬਿਸਮਾਰਕ ਜਾਣ ਬੁੱਝ ਕੇ ਸ਼ਾਂਤੀ ਦੀ ਨੀਤੀ ਦਾ ਵਿਖਿਆਨ ਕਰਨ ਲੱਗ ਗਿਆ, ਜਦੋਂ ਕਿ ਫਰਾਂਸ ਨੂੰ ਉਸਨੇ ਪਹਿਲਾਂ ਹੀ ਯੁੱਧ ਵਿੱਚ ਹਰਾਇਆ ਸੀ ਤੇ ਉਸਦੇ ਬਹੁਤ ਹੀ ਉਪਜਾਊ ਖੇਤਰ ਖੋਲੇ ਸੀ। ਸੋ ਇਹ ਜੋ ਮਾਹੌਲ ਬਣ ਰਿਹਾ ਸੀਗਾ ਵਰਲਡ ਵਾਰ 1 ਸਟਾਰਟ ਕਰਨ ਦੇ ਵਿੱਚ ਉਸਨੇ ਬਹੁਤ ਵੱਡਾ ਹਿੱਸਾ ਪਾਇਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੋਇਆ? ਜੋ ਬਿਸਮਾਰਕ ਨੇ ਸ਼ੁਰੂ ਕੀਤੀ ਸੀ ਗੁਪਤ ਪ੍ਰਣਾਲੀ, ਉਹ ਅੱਗੇ ਚੱਲ ਕੇ ਬਹੁਤ ਵੱਡਾ ਇੱਕ ਦਰਖਤ ਬਣਦੀ ਜਾ ਰਹੀ ਸੀ। ਹੋਇਆ ਕਿ 3 ਪੱਕੀ ਸੰਧੀ ਹੋਈ 1852 ਦੇ ਵਿੱਚ। ਪਲੀਜ਼ ਨੋਟ ਕਰ ਲਓ, ਤੁਹਾਡੇ SST ਮਾਸਟਰ ਕੈਡਰ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ ਵੀ 3 ਪੱਕੀ ਸੰਧੀ ਕਦੋਂ ਹੋਈ ਸੀ ਤੇ ਕਿੰਨਾ ਵਿਚਕਾਰ ਹੋਈ ਸੀ। ਇਹ ਹੋਈ ਸੀ 1852 ਈਸਵੀ ਤੋਂ ਲੈ ਕੇ, 3 ਪੱਕੀ ਸੰਧੀ ਹੋਈ ਸੀ 1852 ਈਸਵੀ ਵਿੱਚ, ਠੀਕ ਹੈ ਜੀ। ਕਿਸ ਵਿਚਕਾਰ ਹੋਈ ਸੀਗੀ? ਇਟਲੀ, ਜਰਮਨੀ, ਠੀਕ ਹੈ, ਇਟਲੀ, ਜਰਮਨੀ ਤੇ ਆਸਟਰੀਆ, ਠੀਕ ਹੈ ਜੀ, ਇਟਲੀ, ਜਰਮਨੀ ਤੇ ਆਸਟਰੀਆ। ਉਸ ਤੋਂ ਬਾਅਦ ਟ੍ਰਿਪਲ ਇੰਟੇਟ ਹੋਇਆ ਸੀਗਾ। ਇਸ ਦੇ ਵਿਰੁੱਧ ਹੀ ਇੱਕ ਟ੍ਰਿਪਲ ਇੰਟੇਟ ਬਣਿਆ ਸੀ ਜੋ ਬਣਿਆ ਸੀ 1907 ਵਿੱਚ, ਠੀਕ ਹੈ ਜੀ, ਜਿਸ ਵਿੱਚ ਕਿ ਮਿੱਤਰ ਰਾਸ਼ਟਰ ਸੀਗੇ। ਇਹ ਸੀਗੇ ਫਰਾਂਸ, ਇੰਗਲੈਂਡ ਤੇ ਰੂਸ। ਫਰਾਂਸ, ਇੰਗਲੈਂਡ ਤੇ ਰੂਸ, ਇਹ 3 ਰਾਸ਼ਟਰ ਅਲੱਗ, ਇਹ 3 ਰਾਸ਼ਟਰ ਅਲੱਗ। ਸੋ ਤੁਸੀਂ ਦੇਖ ਰਹੇ ਹੋ ਵੀ ਪੂਰਾ ਵਿਸ਼ਵ ਹੌਲੀ ਹੌਲੀ ਇਸ ਵਰਲਡ ਵਾਰ ਵਿੱਚ ਸ਼ਾਮਲ ਹੋ ਜਾਵੇਗਾ। ਸੋ ਇਹ ਜੋ ਗਰੁੱਪ ਬਣ ਗਏ ਸੀ ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਲੜਾਈ ਤਾਂ ਪਹਿਲਾਂ ਹੀ ਚੱਲ ਰਹੀ ਸੀ। ਜਿਵੇਂ ਜਰਮਨੀ ਦੀ ਹਮੇਸ਼ਾ ਕਿਸ ਨਾਲ ਲੜਾਈ ਰਹੀ ਹੈ? ਫਰਾਂਸ ਨਾਲ। ਜਦੋਂ ਤੁਸੀਂ ਕਦੇ ਵੀ ਫੁੱਟਬਾਲ ਦਾ ਮੈਚ ਦੇਖੋਗੇ, ਜੇਕਰ ਜਰਮਨੀ ਅਤੇ ਫਰਾਂਸ ਖੇਡਣਗੇ ਤਾਂ ਉਹਨਾਂ ਦਾ ਜੋ ਮੈਚ ਹੋਵੇਗਾ ਨਾ ਬਹੁਤ ਹੀ ਜੋਸ਼ ਭਰਿਆ ਹੋਵੇਗਾ, ਕਿਉਂਕਿ ਇਹ ਪਹਿਲੇ ਦਿਨ ਤੋਂ ਹੀ ਇੱਕ ਦੂਜੇ ਦੇ ਦੁਸ਼ਮਣ ਰਹੇ ਨੇ। ਜਿਵੇਂ ਇੰਡੀਆ ਤੇ ਪਾਕਿਸਤਾਨ, ਇੰਡੀਆ ਪਾਕਿਸਤਾਨ ਜਦੋਂ ਵੀ ਕਦੇ ਮੈਚ ਹੁੰਦਾ ਹੈ ਤਾਂ ਅਸੀਂ ਸਾਰੇ ਭਾਰਤ ਦੇ ਲੋਕ ਤੇ ਉੱਧਰੋਂ ਪਾਕਿਸਤਾਨ ਦੇ ਲੋਕ ਬਹੁਤ ਹੀ ਉਤੇਜਿਤ ਹੋ ਕੇ ਅਸੀਂ ਉਸ ਮੈਚ ਨੂੰ ਦੇਖਦੇ ਹਾਂ। ਸੋ ਇਹ ਜੋ ਬੜੇ ਕਾਰਨ ਸੀਗੇ ਗੁੱਟਬੰਦੀ ਹੋਣ ਕਰਕੇ, ਠੀਕ ਹੈ। ਤੇ ਹੌਲੀ ਹੌਲੀ ਕੀ ਹੋਇਆ? ਇੱਕ ਪਿਸ਼ਟਭੂਮੀ ਯਾਨੀ ਕਿ ਬੈਕਗਰਾਊਂਡ ਤਿਆਰ ਹੋ ਚੁੱਕਿਆ ਸੀ ਲੜਾਈ ਦੇ ਲਈ। ਸੋ ਇਸ ਨੂੰ ਹਵਾ ਦਿੱਤੀ ਇੱਕ ਛੋਟੀ ਜਿਹੀ ਘਟਨਾ ਨੇ। ਉਹ ਘਟਨਾ ਹੈ ਕੀ ਸੀ?
ਉਹ ਇਹ ਸੀਗੀ ਜੀ, ਤਤਕਾਲੀਨ ਕਾਰਨ ਅਸੀਂ ਕਹਿ ਸਕਦੇ ਹਾਂ ਉਸਨੂੰ। ਤਤਕਾਲੀਨ ਕਾਰਨ ਕੀ ਸੀ? ਇੱਕ ਆਸਟਰੀਆ ਦਾ ਰਾਜਕੁਮਾਰ ਸੀ, ਆਸਟਰੀਆ ਦਾ ਇੱਕ ਰਾਜਕੁਮਾਰ ਸੀਗਾ ਜਿਹਦਾ ਨਾਮ ਸੀ ਫਰਨਿਡ। ਉਸਨੂੰ ਤੁਸੀਂ ਕੁਝ ਵੀ ਬੋਲ ਸਕਦੇ ਹੋ, ਫਰਨਿਡ ਬੋਲ ਸਕਦੇ ਹੋ, ਠੀਕ ਹੈ। ਤੇ ਉਹਦੀ ਪਤਨੀ ਸੀ ਸੋਫੀਆ। ਉਹ ਬੋਸਨੀਆ ਵਿੱਚ ਘੁੰਮਣ ਗਏ ਤੇ ਇੱਕ ਸਾਰਾਜੀਵੋ ਇੱਕ ਜਗ੍ਹਾ ਹੈ, ਸਾਰਾਜੀਵੋ ਵਿੱਚ ਕਾਲਾ ਹੱਥ ਜੋ ਕਿ ਸਰਬੀਆ ਦਾ ਇੱਕ ਗੁਪਤ ਸੰਗਠਨ ਸੀਗਾ, ਉਹਨਾਂ ਨੇ ਕੀ ਕੀਤਾ, ਜੋ ਆਸਟਰੀਆ ਦਾ ਰਾਜਕੁਮਾਰ ਸੀਗਾ ਫਰਨਿਡ ਨੂੰ ਸਾਰਾਜੀਵੋ ਵਿੱਚ ਗੋਲੀ ਮਾਰ ਦਿੱਤੀ। ਤੇ ਆਸਟਰੀਆ ਇਸ ਗੱਲ ਤੋਂ ਬਹੁਤ ਨਾਰਾਜ਼ ਹੋਇਆ। ਆਸਟਰੀਆ ਨੇ ਸਰਬੀਆ ਨੂੰ ਕਿਹਾ ਵੀ ਤੁਸੀਂ ਜੋ ਇਹ ਕੰਮ ਕੀਤਾ ਹੈਗਾ, ਕਿਉਂਕਿ ਸਰਬੀਆ ਦਾ ਜੋ ਸੰਗਠਨ ਸੀ ਨਾ ਕਾਲਾ ਹੱਥ, ਉਸ ਵਿੱਚ ਉਸ ਦਾ ਹਮਲਾ ਕਰਨ ਵਿੱਚ ਬਹੁਤ ਵੱਡਾ ਹੱਥ ਸੀਗਾ ਰਾਜਕੁਮਾਰ 'ਤੇ। ਤਾਂ ਆਸਟਰੀਆ ਨੇ ਇਹ ਕਿਹਾ ਸਰਬੀਆ ਨੂੰ ਵੀ ਤੁਸੀਂ ਸਰੈਂਡਰ ਕਰ ਦਿਓ, ਲੜਾਈ 'ਚ ਕੋਈ ਫਾਇਦਾ ਨਹੀਂਗਾ, ਅਤੇ ਤੁਸੀਂ ਐਂ ਨਾ ਕਰੋ, ਤੁਸੀਂ ਸਾਡੇ ਰਾਜਕੁਮਾਰ ਨੂੰ ਮਾਰਿਆ, ਤੁਸੀਂ ਸਾਡੇ ਅਧੀਨਤਾ ਸਵੀਕਾਰ ਕਰ ਲਓ। ਪਰ ਸਰਬੀਆ ਨੇ ਇਸ ਨੂੰ ਮਨਾ ਕਰ ਦਿੱਤਾ ਵੀ ਅਸੀਂ ਕਿਸੇ ਵੀ ਦੇਸ਼ ਦੀ ਅਧੀਨਤਾ ਸਵੀਕਾਰ ਨਹੀਂ ਕਰਾਂਗੇ। ਹੋਇਆ ਕੀ? ਹੋਇਆ ਇਹ, ਜੋ ਸਰਬੀਆ ਸੀ ਨਾ, ਸਰਬੀਆ ਦੋਸਤ ਕਿਸ ਦਾ ਸੀਗਾ? ਸਰਬੀਆ ਦੋਸਤ ਸੀਗਾ ਰੂਸ ਦਾ। ਸਰਬੀਆ ਕਿਸ ਦਾ ਦੋਸਤ ਸੀਗਾ? ਰੂਸ ਦਾ। ਹੁਣ ਦੋਸਤ ਕਿਉਂ ਸੀ ਮੈਂ ਤੁਹਾਨੂੰ ਦੱਸ ਦਿੰਦਾ। ਸਰਬੀਆ ਵਿੱਚ ਇੱਕ ਨਾ ਲੋਕ ਰਹਿੰਦੇ ਨੇ, ਸੈਲਵਿਕ ਲੋਕ ਰਹਿੰਦੇ ਨੇ ਸਰਬੀਆ ਦੇਸ਼ ਦੇ ਵਿੱਚ, ਅਤੇ ਉਹੀ ਨਸਲ ਦੇ ਲੋਕ ਰੂਸ ਵਿੱਚ ਵੀ ਰਹਿੰਦੇ ਨੇ, ਠੀਕ ਹੈ। ਗੁੱਟ ਤਾਂ ਪਹਿਲਾਂ ਹੀ ਬਣ ਚੁੱਕੇ ਸੀਗੇ, ਅਤੇ ਗੁੱਟਾਂ ਨੇ ਹੁਣ ਕੀ ਕਰਨਾ ਸੀ, ਇੱਕ ਦੂਜੇ ਦੇ ਆਪਣੇ ਦੇਸ਼ਾਂ ਦੀ ਹੈਲਪ ਕਰਨੀ ਸੀ, ਇੱਕ ਦੂਜੇ ਦੇਸ਼ ਦੀ ਹੈਲਪ ਕਰਨੀ ਸੀ। ਅਤੇ ਸਰਬੀਆ ਨੇ ਜਾ ਕੇ ਬੇਨਤੀ ਕੀਤੀ, ਸਰਬੀਆ ਬੜਾ ਛੋਟਾ ਜਿਹਾ ਦੇਸ਼ ਸੀਗਾ, ਹੁਣ ਵੀ ਛੋਟਾ ਜਿਹਾ ਦੇਸ਼ ਹੈ, ਤਾਂ ਉਸਨੇ ਬੇਨਤੀ ਕੀਤੀ ਰੂਸ ਨੂੰ ਵੀ ਭਰਾ ਮੈਨੂੰ ਬਚਾ, ਮੈਂ ਤੇਰਾ ਛੋਟਾ ਭਾਈ ਹਾਂ, ਅਤੇ ਅਸੀਂ ਲੋਕ ਸਰਬੀਆ ਦੇ ਲੋਕ ਜਹਾਂ ਸੈਲਵਿਕ ਹੀ ਲੋਕ ਹਾਂ, ਤੁਸੀਂ ਵੀ ਸੈਲਵਿਕ ਲੋਕ ਹੋ, ਸਾਡੀ ਰੱਖਿਆ ਕਰੋ, ਠੀਕ ਹੈ। ਸੋ ਰੂਸ, ਜਦੋਂ ਰੂਸ ਆ ਜਾਂਦਾ ਹੈ ਕਿਸ ਦੀ ਮਦਦ ਕਰਨ ਦੇ ਲਈ? ਸਰਬੀਆ ਦੀ ਮਦਦ ਕਰਨ ਲਈ, ਠੀਕ ਹੈ। ਤਾਂ ਸਮਝੋ ਜੰਗ ਦੀ ਜੋ ਸ਼ੁਰੂਆਤ ਨੇ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਜੰਗ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਜੋ ਇਹ ਬਣੇ ਸੀਗੇ, ਤਾਂ ਜਦੋਂ ਰੂਸ ਸਰਬੀਆ ਦੀ ਮਦਦ ਕਰਦਾ ਹੈ ਤਾਂ ਫਿਰ ਕੀ ਹੈ, ਜੋ ਸਾਡਾ ਆਸਟਰੀਆ ਦੀ ਦੋਸਤੀ ਕਿਸ ਨਾਲ ਹੁੰਦੀ ਹੈ? ਆਸਟਰੀਆ ਦੀ ਦੋਸਤੀ ਹੁੰਦੀ ਹੈ ਜਰਮਨੀ ਨਾਲ। ਤਾਂ ਜਰਮਨੀ ਉਸ ਨੂੰ ਰੋਕਦਾ ਹੈ, ਅਤੇ ਜਰਮਨੀ ਸਭ ਤੋਂ ਪਹਿਲਾਂ ਜੋ ਹਮਲਾ ਕਰਦਾ ਹੈ ਉਹ ਕਿਸ 'ਤੇ ਕਰਦਾ ਹੈ? ਫਰਾਂਸ 'ਤੇ, ਕਿਉਂਕਿ ਫਰਾਂਸ ਨਾਲ ਉਸਦੀ ਪਹਿਲਾਂ ਹੀ ਦੁਸ਼ਮਣੀ ਸੀ। ਅਤੇ ਫਰਾਂਸ ਮਿੱਤਰ ਕਿਹਨਾਂ ਦਾ ਸੀਗਾ? ਰੂਸ ਦਾ। ਫਰਾਂਸ ਕਿਹਦਾ ਮਿੱਤਰ ਸੀਗਾ? ਰੂਸ ਦਾ, ਠੀਕ ਹੈ ਜੀ। ਇਸ ਤਰ੍ਹਾਂ ਕੀ ਹੈ, ਸਾਰਾ ਵਰਲਡ ਵਾਰ ਜੋ ਸਟਾਰਟ ਹੋ ਜਾਂਦੀ ਹੈ, ਅਤੇ ਜੋ ਦੇਸ਼ ਨੇ ਇੱਕ ਦੂਜੇ ਉੱਤੇ, ਕਮਜ਼ੋਰ ਜੋ ਰਾਸ਼ਟਰ ਨੇ, ਆਪਣੇ ਆਪ ਨੂੰ ਬਚਾਉਣ ਲਈ ਆਪਣੇ ਦੋਸਤਾਂ ਨੂੰ ਸਾਧਦੇ ਨੇ ਵੀ ਸਾਨੂੰ ਬਚਾਓ, ਕਿਉਂਕਿ ਸਾਡੇ 'ਤੇ ਜਰਮਨੀ ਹਮਲਾ ਕਰ ਰਿਹਾ ਹੈ। ਅਤੇ ਜਦੋਂ ਫਰਾਂਸ 'ਤੇ ਹਮਲਾ ਹੁੰਦਾ ਹੈ ਤਾਂ ਰੂਸ ਉਹਦੀ ਹੈਲਪ ਕਰਦਾ, ਇੰਗਲੈਂਡ ਉਹਦੀ ਹੈਲਪ ਕਰਦਾ। ਸੋ ਇਸ ਤਰ੍ਹਾਂ ਸਾਰਾ ਜੋ ਵਰਲਡ ਹੈ ਇੱਕ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਧੁਰੀ ਰਾਸ਼ਟਰ ਅਤੇ ਮਿੱਤਰ ਰਾਸ਼ਟਰ। ਧੁਰੀ ਰਾਸ਼ਟਰ ਕਿਹੜੇ ਨੇ? ਧੁਰੀ ਰਾਸ਼ਟਰ ਹੁੰਦੇ ਨੇ ਜਰਮਨੀ, ਆਸਟਰੀਆ ਹੰਗਰੀ ਅਤੇ ਤੁਰਕੀ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ? ਓਟੋਮਨ ਸਾਮਰਾਜ ਵੀ ਕਿਹਾ ਜਾਂਦਾ ਸੀਗਾ। ਸੋ ਇਹ ਧੁਰੀ ਰਾਸ਼ਟਰ ਹੁੰਦੇ ਨੇ। ਧੁਰੀ ਰਾਸ਼ਟਰਾਂ ਦੀ ਜੋ ਇਹ ਧੁਰੀ ਰਾਸ਼ਟਰ ਸੀ, ਇਹਨਾਂ ਦੀ ਜੋ ਅਗਵਾਈ ਸੀਗੀ, ਇਹ ਕਿਸ ਨੇ ਕੀਤੀ? ਜਰਮਨੀ ਨੇ ਕੀਤੀ। ਕਿਸ ਨੇ ਕੀਤੀ? ਜਰਮਨੀ ਨੇ ਕੀਤੀ। ਦੂਸਰੇ ਪਾਸੇ ਸੀਗੇ ਮਿੱਤਰ ਰਾਸ਼ਟਰ। ਮਿੱਤਰ ਰਾਸ਼ਟਰ ਕਿਹੜੇ ਕਿਹੜੇ ਸੀਗੇ? ਜਿਵੇਂ ਫਰਾਂਸ, ਰੂਸ, ਇੰਗਲੈਂਡ, ਅਮਰੀਕਾ, ਦੇਖੋ ਬ੍ਰੈਕਟ 'ਚ ਲਿਖਿਆ, ਫਿਰ ਜਾਪਾਨ, ਠੀਕ ਹੈ। ਧੁਰੀ ਰਾਸ਼ਟਰਾਂ ਵਿੱਚ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਗੱਲ ਇੰਟਰਸਟਿੰਗ, ਇਟਲੀ ਵੀ ਸੀਗਾ, ਪਰ ਇਟਲੀ ਬਹੁਤ ਹੀ ਛਾਤਰ ਦੇਸ਼ ਸੀਗਾ। ਉਸਨੇ ਕੀ ਕੀਤਾ, ਅਖੀਰ 'ਤੇ ਮਿੱਤਰ ਰਾਸ਼ਟਰਾਂ ਦੀ ਹੈਲਪ ਕੀਤੀ ਅਤੇ ਧੁਰੀ ਰਾਸ਼ਟਰਾਂ ਨੂੰ ਛੱਡ ਦਿੱਤਾ ਸੀਗਾ। ਸੋ ਇਹ ਜੋ ਕਾਰਨ ਬਣੇ, ਦੇਖੋ ਪੂਰਾ ਵਰਲਡ, ਵਿਸ਼ਵ, ਯੂਰਪ ਖਾਸ ਕਰਕੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀਗਾ। ਸੋ ਇਸ ਤਰ੍ਹਾਂ ਸਾਰੇ ਦੇਸ਼ ਲੜਾਈ ਲਈ ਤਿਆਰ ਹੋ ਚੁੱਕੇ ਸੀ। ਤੋਂ ਪਹਿਲਾ ਹਮਲਾ ਕੀਤਾ ਸੀਗਾ ਉਹ ਕੀਤਾ ਸੀ ਜਰਮਨੀ ਨੇ, ਠੀਕ ਹੈ, ਫਰਾਂਸ 'ਤੇ। ਜਰਮਨੀ ਨੇ ਕਿਸ 'ਤੇ ਕੀਤਾ? ਫਰਾਂਸ 'ਤੇ। ਅਤੇ ਫਰਾਂਸ ਨੇ ਮਦਦ ਮੰਗੀ। ਹੋਇਆ ਕੀ ਅਸਲ 'ਚ, ਫਰਾਂਸ ਨੇ ਮਦਦ ਮੰਗੀ ਕਿਸ ਤੋਂ? ਇੰਗਲੈਂਡ ਤੋਂ। ਅਤੇ ਇੰਗਲੈਂਡ ਵੀ ਆ ਚੁੱਕਿਆ ਸੀਗਾ, ਅਤੇ ਇੰਗਲੈਂਡ ਨੇ ਕੀ ਕੀਤਾ? ਉਹਨਾਂ ਨੂੰ ਯੁੱਧ ਵਿੱਚ ਹਰਾ ਦਿੱਤਾ। ਅਤੇ ਜਰਮਨੀ ਨੇ ਫਿਰ ਕੀ ਕੀਤਾ? ਦੂਸਰਾ ਹਮਲਾ ਰੂਸ 'ਤੇ ਕੀਤਾ, ਅਤੇ ਰੂਸ ਦੇ ਵਿੱਚ 3 ਲੱਖ ਤੋਂ ਵੱਧ ਜਰਮਨ ਸੈਨਿਕਾਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ, ਰੂਸੀ ਲੋਕਾਂ ਦੀ, ਠੀਕ ਹੈ। ਸੋ ਰੂਸ ਇਸ ਤੋਂ ਭੜਕ ਗਿਆ, ਰੂਸ ਹਾਰ ਚੁੱਕਿਆ ਸੀ। ਅਤੇ ਰੂਸ ਦੀ ਮਦਦ ਲਈ ਫਿਰ ਕੀ ਹੋਇਆ, ਜੋ ਸਾਡੇ ਇਹ ਇੰਗਲੈਂਡ ਹੈਗਾ, ਇੰਗਲੈਂਡ ਕਹਿੰਦਾ ਵੀ ਮੈਂ ਤੁਹਾਡੇ ਨਾਲ ਹੈ, ਤੁਸੀਂ ਹਮਲਾ ਕਰੋ ਜਰਮਨੀ 'ਤੇ। ਤੋ ਜੋ ਜਰਮਨੀ 'ਤੇ ਇੰਗਲੈਂਡ ਨੇ ਹਮਲਾ ਕੀਤਾ। ਜਰਮਨੀ ਨੂੰ ਇਟਲੀ ਨੇ ਪਹਿਲਾਂ ਹੀ ਛੱਡ ਦਿੱਤਾ ਸੀਗਾ, ਸੋ ਜਰਮਨੀ ਨੂੰ ਥੋੜ੍ਹਾ ਜਿਹਾ ਕਮਜ਼ੋਰ ਹੋ ਗਿਆ, ਇਸ ਕਰਕੇ ਜਰਮਨੀ ਕੀ ਹੋਇਆ, ਇੰਗਲੈਂਡ ਤੋਂ ਹਾਰ ਚੁੱਕਿਆ ਸੀਗਾ, ਠੀਕ ਹੈ। ਹੋਇਆ ਕੀ, ਅਮਰੀਕਾ ਹਜੇ ਤੱਕ ਇਸ ਲੜਾਈ ਵਿੱਚ ਕਦੇ ਸ਼ਾਮਲ ਹੋਇਆ ਹੀ ਨਹੀਂ ਸੀ ਹਜੇ, ਅਤੇ ਚੱਲਦਾ ਗਿਆ, ਲੜਾਈ ਚੱਲਦੀ ਗਈ, ਇੱਕ ਦੂਜੇ ਨੂੰ ਹਰਾਉਂਦੇ ਰਹੇ ਦੇਸ਼ ਇਹ ਸਾਰੇ।
ਤੇ ਜੋ ਅਮਰੀਕਾ ਸੀ ਨਾ, ਅਮਰੀਕਾ 6 ਅਪ੍ਰੈਲ 1917 ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਸੀ। ਉਹਦਾ ਕਾਰਨ ਬੜਾ ਹੋਰ ਸੀਗਾ। ਕਾਰਨ ਉਹਦਾ ਇਹ ਸੀਗਾ ਵੀ ਇੱਕ ਲੁਸਟਾਨੀਆ ਨਾਂ ਦਾ ਜਹਾਜ਼ ਸੀ, ਇੰਗਲੈਂਡ ਦਾ ਲੁਸਟਾਨੀਆ ਨਾਂ ਦਾ ਜਹਾਜ਼ ਸੀਗਾ, ਜੋ ਜਾ ਰਿਹਾ ਸੀਗਾ। ਤੇ ਉੱਥੇ ਇੱਕ ਜੋ ਜਰਮਨ ਫੌਜ ਸੀ, ਉਸ ਦੀ ਸਭ ਤੋਂ ਵੱਡੀ ਖਾਸੀਅਤ ਗੱਲ ਇਹ ਸੀ ਵੀ ਉਹਦੀ ਸਮੁੰਦਰੀ ਸੈਨਾ ਬੜੀ ਮਜ਼ਬੂਤ ਸੀ। ਸਭ ਤੋਂ ਪਹਿਲਾਂ ਜੋ ਵੱਡਾ ਜਹਾਜ਼ ਸੀ ਇੰਪਰਟੇਰਰ, ਠੀਕ ਹੈ, ਉਹ ਜਰਮਨੀ ਦਾ ਹੀ ਸੀਗਾ। ਤੇ ਜਰਮਨੀ ਦੀ ਜੋ ਸੈਨਾ ਦਾ ਮੁੱਖ ਵਿਸ਼ੇਸ਼ਤਾ ਇਹ ਸੀ ਵੀ ਉਹਨਾਂ ਦੀ ਜੋ ਸਮੁੰਦਰੀ ਸੈਨਾ ਸੀ ਬਹੁਤ ਹੀ ਮਜ਼ਬੂਤ ਸੀ, ਬਹੁਤ ਚੰਗੇ ਹਥਿਆਰ ਸੀ ਉਹਨਾਂ ਕੋਲ। ਤਾਂ ਉਹਨਾਂ ਨੇ ਕੀ ਕੀਤਾ, ਉਸ ਜਹਾਜ਼ ਨੂੰ ਖਤਮ ਕਰ ਦਿੱਤਾ। ਪਰ ਹੋਇਆ ਕਿ ਉਸ ਵਿੱਚ ਅਮਰੀਕਾ ਦੇ ਯਾਤਰੀ ਸੀ ਬੈਠੇ ਹੋਏ, ਤੇ ਅਮਰੀਕਾ ਨੇ ਇਹ ਸੋਚਿਆ ਵੀ ਮੇਰੇ ਨਾਗਰਿਕਾਂ ਨੂੰ ਤੁਸੀਂ ਮਾਰਿਆ। ਤਾਂ ਅਮਰੀਕਾ ਨੇ ਯੁੱਧ ਦੀ ਘੋਸ਼ਣਾ ਕਰ ਦਿੱਤੀ, ਕਿਸ ਦੇ ਵਿਰੁੱਧ? ਜਰਮਨੀ ਦੇ ਵਿਰੁੱਧ 6 ਅਪ੍ਰੈਲ 1917 ਦੇ ਵਿੱਚ। ਜਦੋਂ ਅਮਰੀਕਾ ਆ ਗਿਆ ਤਾਂ ਰੂਸ ਬੜਾ ਸਿਆਣਾ ਸੀ। ਰੂਸ ਦਾ ਜੋ ਅਗਵਾਈ ਕੀਤੀ ਸੀ ਕਿਸ ਨੇ? ਲੈਨਿਨ ਨੇ। ਤਾਂ ਲੈਨਿਨ ਨੇ ਕੀ ਕੀਤਾ, ਰੂਸ ਨੂੰ ਇਸ ਯੁੱਧ ਵਿੱਚੋਂ ਬਾਹਰ ਕੱਢ ਲਿਆ, ਰੂਸ ਨੂੰ ਇਸ ਯੁੱਧ ਵਿੱਚੋਂ ਬਾਹਰ ਕੱਢ ਲਿਆ, ਤੇ ਅਮਰੀਕਾ ਇਸ ਯੁੱਧ ਵਿੱਚ ਸ਼ਾਮਲ ਹੋ ਗਿਆ। ਸੋ ਇਸ ਤਰ੍ਹਾਂ ਮਿੱਤਰ ਰਾਸ਼ਟਰ ਧੁਰੀ ਰਾਸ਼ਟਰਾਂ ਵਿੱਚ ਬਹੁਤ ਹੀ ਲੜਾਈ ਹੋਈ, ਤੇ ਇਸ ਵਿੱਚ ਜਰਮਨੀ ਦੀ ਹਾਰ ਹੋਈ, ਤੁਰਕੀ ਵੀ ਹਾਰ ਗਿਆ, ਆਸਟਰੀਆ ਹੰਗਰੀ ਵੀ ਹਾਰ ਗਿਆ। ਸੋ ਕਾਫੀ ਨੁਕਸਾਨ ਹੋਇਆ ਲੋਕਾਂ ਦਾ, 2 ਲੱਖ ਤੋਂ ਵੱਧ ਲੋਕ ਮਾਰੇ ਗਏ ਸੀਗੇ, ਤੇ ਕਾਫੀ ਨੁਕਸਾਨ ਹੋਇਆ ਇਸ ਨਾਲ। ਤੇ ਹੋਇਆ ਕਿ ਜੋ ਅਮਰੀਕਾ ਸੀ, ਅਮਰੀਕਾ ਨੇ ਕੀ ਕੀਤਾ, ਜਰਮਨੀ ਨੂੰ ਸੰਧੀ ਕਰਨ 'ਤੇ ਮਜਬੂਰ ਕਰ ਦਿੱਤਾ, ਆਸਟਰੀਆ ਹੰਗਰੀ ਤੁਰਕੀ ਨੂੰ ਮਜਬੂਰ ਕਰ ਦਿੱਤਾ, ਠੀਕ ਹੈ। ਤੇ ਯੁੱਧ ਦੀ ਜੋ ਸਮਾਪਤੀ ਹੋਈ ਸੀ, ਯੁੱਧ ਦੀ ਸਮਾਪਤੀ ਦੀ ਤਰੀਕ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, 11 ਨਵੰਬਰ 1918। ਯੁੱਧ ਦੀ ਸਮਾਪਤੀ ਦੀ ਜੋ ਤਰੀਕ ਹੈ 11 ਨਵੰਬਰ 1918, ਠੀਕ ਹੈ ਜੀ। ਤੇ ਇੱਕ ਵਰਸਾਏ ਦੀ ਸੰਧੀ ਕੀਤੀ ਗਈ ਜਰਮਨੀ ਦੇ ਨਾਲ। ਜਰਮਨੀ ਦੇ ਨਾਲ ਬਹੁਤ ਹੀ ਅਪਮਾਨਜਨਕ ਸੰਧੀ ਕੀਤੀ ਗਈ ਅਮਰੀਕਾ ਦੁਆਰਾ, ਜੋ ਕਿਹੜੀ ਸੰਧੀ ਬੋਲਦੇ ਆ ਉਸਨੂੰ? ਵਰਸਾਏ ਦੀ ਸੰਧੀ ਬੋਲਦੇ ਆ। ਵਰਸਾਏ ਦੀ ਸੰਧੀ ਕਦੋਂ ਹੋਈ? 28 ਜੂਨ 1919, 28 ਜੂਨ 1919 ਦੇ ਵਿੱਚ। ਇਹ ਇੱਕ ਅਪਮਾਨਜਨਕ ਸੰਧੀ ਸੀ। ਇਸ ਵਿੱਚ ਕੀ ਹੋਇਆ, ਇੱਕ ਬੰਦਰਗਾਹ ਖੋਲ੍ਹੀ ਗਈ ਡੇਜ਼ਿੰਗ ਦੀ, ਉਹਨਾਂ ਦੀ ਜੋ ਸੈਨਾ ਸੀ ਅੱਧੀ ਕਰ ਦਿੱਤੀ ਗਈ ਜਰਮਨੀ ਦੀ। ਜਰਮਨੀ ਦੇ ਜੋ ਖਣਿਜ ਪਦਾਰਥ ਸੀ, ਸਾਰ ਘਾਟੀ ਸੀ ਜਰਮਨੀ ਦੀ, ਉਸਨੂੰ ਕੀ ਕੀਤਾ, ਫਰਾਂਸ ਦੇ ਲੋਕਾਂ ਨੂੰ ਦੇ ਦਿੱਤੀ ਗਈ। ਸੋ ਇਸ ਤਰ੍ਹਾਂ ਕੀ ਹੋਇਆ, ਬਹੁਤ ਵੱਡਾ ਨੁਕਸਾਨ ਹੋਇਆ ਜਰਮਨੀ। ਸਭ ਤੋਂ ਵੱਧ ਨੁਕਸਾਨ ਵਰਲਡ ਵਾਰ ਵਿੱਚ ਜੇ ਪੁੱਛ ਲਿਆ ਜਾਵੇ ਤਾਂ ਕਿਸ ਦਾ ਹੋਇਆ? ਜਰਮਨੀ ਦਾ, ਠੀਕ ਹੈ ਨਾ ਜੀ। ਤੇ ਜੋ ਜਾਪਾਨ ਸੀ ਨਾ, ਇਹ ਤੁਸੀਂ ਗੱਲ ਨੋਟ ਰੱਖੋ, ਜਾਪਾਨ ਸੀਗਾ ਇਹ ਮਿੱਤਰ ਰਾਸ਼ਟਰਾਂ ਦੇ ਨਾਲ ਹੀ ਯੁੱਧ ਲੜ ਰਿਹਾ ਸੀਗਾ, ਕਿਉਂਕਿ ਜਾਪਾਨ ਬੜਾ ਛੋਟਾ ਜਿਹਾ ਦੇਸ਼ ਸੀਗਾ। ਤਾਂ ਇਸਨੇ ਰੂਸ ਨੂੰ ਵੀ ਹਰਾ ਦਿੱਤਾ ਸੀਗਾ 1904 ਤੇ 5 ਦੇ ਵਿੱਚ, ਠੀਕ ਹੈ। ਸੋ ਜਾਪਾਨ ਫਿਰ ਬਾਅਦ ਵਿੱਚ ਕੀ ਹੋਇਆ, ਮਿੱਤਰ ਰਾਸ਼ਟਰਾਂ ਦੇ ਵਿਚਕਾਰ ਹੋਇਆ। ਵਰਸਾਏ ਦੀ ਸੰਧੀ ਨੇ ਕੀਤੀ ਇਹ ਸ਼ਾਂਤੀ ਲਈ ਸੀ, ਪਰ ਜੋ ਅਮਰੀਕਾ ਦਾ ਰਾਸ਼ਟਰਪਤੀ ਸੀਗਾ ਉਸ ਸਮੇਂ ਦਾ, ਵੁਡਰੋ ਵਿਲਸਨ ਸੀਗਾ, ਉਸਨੇ ਜਾਣਬੁੱਝ ਕੇ ਜਰਮਨੀ ਨਾਲ ਭੇਦਭਾਵ ਕੀਤਾ। ਤੇ ਜੋ ਦੂਸਰੇ ਵਿਸ਼ਵ ਯੁੱਧ ਦੀ ਜੋ ਬੈਕਗਰਾਊਂਡ ਸੀ ਉਹ ਬਣ ਚੁੱਕੀ ਸੀਗੀ। ਤੇ ਵੁਡਰੋ ਵਿਲਸਨ ਹੀ ਇਹ ਜਿਹਾ ਬੰਦਾ ਸੀ ਜਿਸ ਨੇ ਕਿ ਇਸ ਸਾਰੇ ਦੇਸ਼ਾਂ ਦਾ ਅਪਮਾਨ ਦਾ ਬਦਲਾ ਲਿਆ ਧੁਰੀ ਰਾਸ਼ਟਰਾਂ ਤੋਂ, ਠੀਕ ਹੈ। ਸੋ ਇਹ ਜੋ ਸੀਗਾ ਵਰਲਡ ਵਾਰ 1 ਬਹੁਤ ਹੀ ਇੰਪੋਰਟੈਂਟ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਮਾਡਰਨ ਹਿਸਟਰੀ ਦੇ ਵਿੱਚ ਇਹਨਾਂ ਵਿੱਚ ਭਾਰਤੀਆਂ ਦਾ ਕੀ ਰੋਲ ਸੀ? ਵਰਲਡ ਵਾਰ 1 ਦੇ ਵਿੱਚ ਭਾਰਤੀਆਂ ਦਾ ਕੀ ਰੋਲ ਸੀ? ਵਰਲਡ ਵਾਰ 1 ਦੇ ਵਿੱਚ 34,000 ਜੋ ਸਾਡੇ ਸੈਨਿਕ ਸੀਗੇ, ਭਾਰਤੀ ਸੈਨਿਕ, ਉਹਨਾਂ ਨੇ ਬ੍ਰਿਟੇਨ ਦਾ ਸਾਥ ਦਿੱਤਾ। ਬ੍ਰਿਟੇਨ ਨੇ ਸਾਡੇ ਭਾਰਤੀ ਲੋਕਾਂ ਨੂੰ ਝੂਠ ਬੋਲਿਆ ਵੀ ਤੁਹਾਨੂੰ ਅਸੀਂ ਆਜ਼ਾਦੀ ਦੇ ਦੇਵਾਂਗੇ। ਉਸ ਸਮੇਂ ਕੀ ਸੀ, ਮਹਾਤਮਾ ਗਾਂਧੀ ਆ ਚੁੱਕੇ ਸੀ ਸਾਡੇ ਇਤਿਹਾਸ ਦੇ ਵਿੱਚ, 1915 ਦੀ ਗੱਲ ਹੈ। ਤੇ ਉਹਨਾਂ ਨੂੰ ਇਹ ਝੂਠ ਮਾਰ ਕੇ ਕਿਹਾ ਗਿਆ ਵੀ ਤੁਹਾਨੂੰ ਅਸੀਂ ਆਜ਼ਾਦ ਕਰ ਦੇਵਾਂਗੇ ਜੇਕਰ ਤੁਸੀਂ ਸਾਡਾ ਸਾਥ ਦਿਓ। ਪਰ ਅਸੀਂ ਕੀ ਹਾਂ, ਅਸੀਂ ਉਹਨਾਂ ਦੀ ਗੱਲਾਂ ਵਿੱਚ ਆ ਚੁੱਕੇ ਸੀਗੇ। ਤੇ ਜੋ ਮਹਾਤਮਾ ਗਾਂਧੀ ਨੇ ਖੁਦ ਉਸ ਸਮੇਂ ਭਾਰਤੀ ਲੋਕਾਂ ਨੂੰ ਕਿਹਾ ਵੀ ਤੁਸੀਂ ਬ੍ਰਿਟੇਨ ਦੀ ਮਦਦ ਕਰੋ, ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਜਰਮਨੀ ਨੂੰ ਹਰਾਉਣ ਦੇ ਵਿੱਚ ਸਾਡੇ ਭਾਰਤੀ ਜੋ ਸੈਨਿਕ ਸੀ ਨਾ, ਉਹਨਾਂ ਦਾ ਬਹੁਤ ਹੀ ਵੱਡਾ ਰੋਲ ਸੀਗਾ, ਬਹੁਤ ਹੀ ਵੱਡਾ ਰੋਲ ਸੀਗਾ। ਸੋ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ। ਜੇਕਰ ਤੁਸੀਂ ਕਿਸੇ ਵਿਸ਼ਵ ਇਤਿਹਾਸ ਦੀ ਕਿਤਾਬ ਪੜ੍ਹੋਗੇ ਨਾ, ਜਾਂ ਤੁਸੀਂ ਕਿਸੇ ਵੀ ਵੱਡੀ ਤੋਂ ਵੱਡੀ ਕਿਤਾਬ ਪੜ੍ਹੋਗੇ, ਤਾਂ ਤੁਹਾਨੂੰ ਜੋ ਇੰਡੀਅਨ ਸੋਲਜਰ ਸੀ ਜੋ ਵਰਲਡ ਵਾਰ 1 ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ ਜਰਮਨੀ ਨੂੰ ਹਰਾਉਣ ਦੇ ਲਈ, ਤਾਂ ਉਹ ਸਾਡੇ ਭਾਰਤੀ ਸੀਗੇ, ਜਿਨ੍ਹਾਂ ਨੇ ਕਿ ਇੰਗਲੈਂਡ ਦੀ ਸਹਾਇਤਾ ਕੀਤੀ ਸੀ। ਇੰਗਲੈਂਡ ਨੇ ਝੂਠ ਮਾਰਿਆ, ਪਰ ਅਸੀਂ ਭਾਰਤੀ ਲੋਕ ਹਾਂ ਤੇ ਅਸੀਂ ਉਹਨਾਂ ਦੀ ਗੱਲਾਂ ਵਿੱਚ ਆ ਗਏ। ਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਵੀ ਤੁਸੀਂ ਇੰਗਲੈਂਡ ਦਾ ਸਾਥ ਦੇਵੋ, ਤੇ ਇਹਦੀ ਬਹੁਤ ਵੱਡੀ ਕੀਮਤ ਸਾਨੂੰ ਚੁਕਾਉਣੀ ਵੀ ਪਈ। ਸੋ ਕੋਈ ਗੱਲ ਨਹੀਂ ਕਰਦਾ, ਭਾਰਤੀ ਸੈਨਿਕਾਂ ਦੀ ਕੋਈ ਗੱਲ ਨਹੀਂ ਕਰਦਾ। ਸੋ ਕੀ ਹੋਇਆ, ਬ੍ਰਿਟੇਨ ਵਾਲੇ ਫਸ ਗਏ ਵੀ ਹੁਣ ਇਹਨਾਂ ਨੂੰ ਆਜ਼ਾਦੀ ਦੇਣੀ ਪਊ। ਤਾਂ ਉਹਨਾਂ ਨੇ ਕੀ ਕੀਤਾ, ਇੰਡੀਆ ਗੇਟ ਬਣਾਇਆ, ਜਿਹੜਾ ਕਿ ਸਾਡੇ ਵਰਲਡ ਵਾਰ 1 ਦੇ ਜੋ ਭਾਰਤੀ ਸੈਨਿਕ ਸੀ ਉਹਨਾਂ ਨੂੰ ਸਮਰਪਿਤ ਹੈ।
ਤਾਂ ਜੋ ਲੋਕਾਂ ਵਿੱਚ ਕੋਈ ਰੋਸ ਨਾ ਪੈਦਾ ਹੋਵੇ, ਲੋਕ ਇਹ ਸਮਝਣ, ਭਾਰਤ ਦੇ ਲੋਕ ਇਹ ਸਮਝਣ ਵੀ ਸਾਡੇ ਜੋ ਬ੍ਰਿਟੇਨ ਦੇ ਲੋਕ ਨੇ ਉਹ ਸਾਨੂੰ ਯਾਦ ਕਰਦੇ ਨੇ, ਸਾਡੇ ਸੈਨਿਕਾਂ ਦੀ ਯਾਦਗਾਰ ਬਣਾਈ ਹੈ। ਸੋ ਇਹ ਕਾਰਨ ਸੀਗੇ। ਕਈ ਜੋ ਸਾਡੇ ਇਤਿਹਾਸ ਦੇ ਵਿਦਿਆਰਥੀ ਹੈ ਉਹ ਇਹ ਜਾਣਦੇ ਨਹੀਂ ਵੀ ਇਹ ਜੋ ਵਰਲਡ ਵਾਰ 1 ਹੈ ਇਸ ਵਿੱਚ ਭਾਰਤ ਦਾ ਵੀ ਬਹੁਤ ਹੀ ਵੱਡਾ ਰੋਲ ਸੀ। ਸਾਡੇ ਸੈਨਿਕ ਬਹੁਤ ਹੀ ਬਹਾਦਰੀ ਨਾਲ ਲੜੇ, ਜਿਸ ਨੇ ਕਿ ਜਰਮਨੀ ਵਰਗੇ, ਜਿਹੜਾ ਕਿ ਉਸ ਸਮੇਂ ਦੋ ਦੇਸ਼ ਸੀ, ਬ੍ਰਿਟੇਨ ਅਤੇ ਜਰਮਨੀ, ਜਿਨ੍ਹਾਂ ਕੋਲ ਸਮੁੰਦਰੀ ਸੈਨਾ ਕਾਫੀ ਵੱਡੀ ਸੀ ਅਤੇ ਜਰਮਨੀ ਵੀ ਕਾਫੀ ਅੱਗੇ ਜਾ ਕੇ ਵੱਧ ਚੁੱਕਿਆ ਸੀ ਆਪਦੀ ਸਮੁੰਦਰੀ ਸੈਨਾ ਵਿੱਚ। ਜਰਮਨੀ ਦੇ ਲੋਕਾਂ ਨੂੰ, ਜਰਮਨੀ ਦੇ ਸੈਨਾ ਨੂੰ ਹਰਾ ਦਿੱਤਾ ਸੀਗਾ। ਠੀਕ ਹੈ, ਸੋ ਇਹ ਸੀਗਾ ਸਾਡਾ ਵਰਲਡ ਵਾਰ 1 ਦਾ ਜੋ ਹਿੱਸਾ ਸੀਗਾ, ਇੰਪੋਰਟੈਂਟ ਪਾਰਟ। ਜੇਕਰ ਤੁਸੀਂ ਇਹ ਸਮਝੋਗੇ ਤਾਂ ਤੁਸੀਂ ਵਰਲਡ ਵਾਰ 2 ਵੀ ਸਮਝੋਗੇ। ਜਿਹੜੇ ਕੋਈ ਐਗਜ਼ਾਮ ਰਿਲੇਟਡ ਪੁਆਇੰਟ ਨੇ ਪਲੀਜ਼ ਉਹਨੂੰ ਨੋਟ ਕਰ ਲਵੋ। ਠੀਕ ਹੈ, ਬਾਰ-ਬਾਰ ਤੁਹਾਨੂੰ ਮੈਂ ਕਹਿਣਾ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਅੱਗੇ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।